ਕਦੇ ਗਿਆਨ ਅਧੂਰਾ ਵੀ ਹੁੰਦਾ ਹੈ। ਹਾਂ, ਅਧੂਰੇ ਪੁਰਸ਼ਾਂ ਵੱਲੋਂ ਕਹੀਆਂ ਹੋਈਆਂ ਬਾਤਾਂ ਚਾਹੇ ਉਹ ਗਿਆਨ ਸਹਿਤ ਹੋਣ, ਅਧੂਰਿਆਂ ਦਾ ਗਿਆਨ ਵੀ ਅਧੂਰਾ ਹੁੰਦਾ। ਸਾਡੇ ਸਤਿਗੁਰੂ ਜੀ ਪੂਰੇ ਹਨ ਤੇ ਪੂਰੇ ਸਤਿਗੁਰਾਂ ਦਾ ਗਿਆਨ ਵੀ ਸੰਪੂਰਨ ਗਿਆਨ ਹੈ। ਅੱਜ ਦਾ ਪਾਵਨ ਸ਼ਬਦ ਜੋ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਉਚਾਰਨ ਕੀਤਾ ਹੈ। ਬਾਲ ਅਵਸਥਾ ਵਿੱਚ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਤਨ ਤੇ ਕੁਝ ਖੇਚੜ ਆਈ ਔਰ ਉਹ ਖੇਚੜਾ ਬੜੀ ਦਰਦਨਾਕ ਸੀ। ਪ੍ਰਿਥੀ ਚੰਦ ਵਰਗੇ, ਬੀਬੀ ਕਰਮੋ ਵਰਗੇ ਕਈ ਤਰ੍ਹਾਂ ਦੀਆਂ ਬਾਤਾਂ ਕਰਦੇ ਸਨ। ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਕਿਰਪਾ ਕੀਤੀ। ਕੁਝ ਦਿਨਾਂ ਬਾਅਦ ਮਹਾਰਾਜ ਛੇਵੇਂ ਪਾਤਸ਼ਾਹ ਜੀ ਦਾ ਸਰੀਰ ਬਿਲਕੁਲ ਚੜ੍ਹਦੀ ਕਲਾ 'ਚ ਹੋ ਗਿਆ। ਤਾਂ ਉਸ ਵਕਤ ਪੰਜਵੇਂ ਪਾਤਸ਼ਾਹ ਜੀ ਨੇ ਵਾਹਿਗੁਰੂ ਪਾਰ ਬ੍ਰਹਮ ਗੁਰਦੇਵ ਦੇ ਸਨਮੁਖ ਹੋ ਕੇ ਇਹ ਪਾਵਨ ਸ਼ਬਦ ਉਚਾਰਨ ਕੀਤੇ। ਇਸ ਤਰ੍ਹਾਂ ਉਥਾਨਕਾ ਇਹਨਾਂ ਪਾਵਨ ਸ਼ਬਦਾਂ ਦੀ ਸੰਪਰਦਾਇ ਵਿਦਵਾਨ ਦੱਸਦੇ ਹਨ। ਭਾਵੇਂ ਕਿ ਸ਼ਬਦ ਉਸ ਵੇਲੇ ਉਚਾਰਨ ਕੀਤਾ ਕਿ ਉਚਾਰਨ ਉਸ ਵੇਲੇ ਕੀਤਾ ਗਿਆ ਸ਼ਬਦ ਅੱਜ ਸਾਡੇ ਜੀਵਨ ਵਿੱਚ ਲਾਗੂ ਨਹੀਂ ਹੋ ਸਕਦਾ ਜਾਂ ਆਉਣ ਵਾਲੇ ਸਮੇਂ 'ਚ ਨਹੀਂ ਹੋਵੇਗਾ, ਤਾਂ ਇਹਦਾ ਜਵਾਬ ਹੈ ਨਹੀਂ। ਅੱਜ ਵੀ ਉਤਨਾ ਕਾਰਗਰ ਹੈ, ਅੱਜ ਵੀ ਸਾਡੇ ਜੀਵਨ ਵਿੱਚ ਉਤਨਾ ਹੀ ਲਾਗੂ ਹੁੰਦਾ ਹੈ ਤੇ ਆਉਣ ਵਾਲੇ ਹਜ਼ਾਰਾਂ ਸਾਲਾਂ ਤੱਕ ਵੀ ਉਸੇ ਤਰ੍ਹਾਂ ਹੀ ਲਾਗੂ ਰਹੇਗਾ, ਕਿਉਂਕਿ ਇਹ ਪੂਰੇ ਸਤਿਗੁਰਾਂ ਦਾ ਉਚਾਰਨ ਕੀਤਾ ਹੋਇਆ ਪੂਰਨ ਗਿਆਨ ਹੈ। ਕੁਝ ਸ਼ਬਦ, ਕੁਝ ਅਖਾਣ, ਕੁਝ ਕਵਿਤਾਵਾਂ, ਕੁਝ ਬਾਤਾਂ ਸਮੇਂ ਦੀਆਂ ਪਰਿਸਥਿਤੀਆਂ ਨੂੰ ਮੁੱਖ ਰੱਖਦਿਆਂ ਉਚਾਰਨ ਕੀਤੀਆਂ ਜਾਂਦੀਆਂ। ਉਹ ਪਰਿਸਥਿਤੀਆਂ ਜਦੋਂ ਬਦਲ ਜਾਂਦੀਆਂ ਨੇ ਤਾਂ ਉਸ ਵੇਲੇ ਉਚਾਰਨ ਕੀਤੇ ਗਏ ਉਹ ਸ਼ਬਦ ਫਿਰ ਉਹਨਾਂ ਦਾ ਕੋਈ ਮਾਇਨਾ ਨਹੀਂ ਰਹਿ ਜਾਂਦਾ। ਪਰ ਗੁਰੂ ਪਾਤਸ਼ਾਹ ਨੇ ਸਮਾਜ ਵਿੱਚ ਜੋ ਪਰਿਸਥਿਤੀਆਂ ਸदैव ਹੀ ਘਟਦੀਆਂ ਨੇ, ਉਹਨਾਂ ਦੇ ਸੰਬੰਧ ਵਿੱਚ ਆਪਣੇ ਬਚਨ ਉਚਾਰਨ ਕੀਤੇ ਹਨ। ਇਸ ਕਰਕੇ ਸਤਿਗੁਰਾਂ ਦੀ ਬਾਣੀ ਸਾਡੀ ਸਦਾ ਹੀ ਅਗਵਾਈ ਕਰਦੀ ਹੈ। ਆਓ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪਣਾ ਧਿਆਨ ਕੇਂਦਰਿਤ ਕਰੀਏ। ਗੁਰਦੇਵ ਦੇ ਪਵਿੱਤਰ ਚਰਨਾਂ ਨੂੰ ਆਪਣੇ ਹਿਰਦੇ 'ਚ ਵਸਾਉਂਦਿਆਂ ਆਖੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ। ਆਪਣੇ ਬਾਲਕ ਆਪ ਰਖਿਆਣ ਪਾਰ ਬ੍ਰਹਮ ਗੁਰਦੇਵ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਰਾਗ ਬਿਲਾਵਲ ਵਿੱਚ ਇਹ ਪਾਵਨ ਪਵਿੱਤਰ ਸ੍ਰੀ ਮੁਖਵਾਕ ਸ਼ਬਦ ਉਚਾਰਨ ਕਰ ਰਹੇ ਹਨ। ਆਪਣੇ ਬਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਪਾਰ ਬ੍ਰਹਮ ਗੁਰਦੇਵ ਜਗਤ ਗੁਰੂ ਗੁਰੂ ਰਾਮਦਾਸ ਪਾਤਸ਼ਾਹ ਨੇ ਆਪ ਰੱਖਿਆ। ਆਪ ਤਿਨਾਂ ਨੇ ਰੱਖਿਆ ਕੀਤੀ। ਇਹ ਉਥਾਨਕਾ ਦੇ ਸਹਿਤ ਸ਼ਬਦ ਦੀ ਵਿਆਖਿਆ। ਵਰਤਮਾਨ ਸਮੇਂ ਵਿੱਚ ਅਸੀਂ ਸਾਰੇ ਆਪਣੇ ਪਾਰ ਬ੍ਰਹਮ ਗੁਰਦੇਵ ਦੇ ਬਾਲਕ ਹਾਂ, ਬੱਚੇ। ਤਦੇ ਅਸੀਂ ਪੜ੍ਹਦੇ ਹਾਂ ਗੁਰਦੇਵ ਮਾਤਾ ਗੁਰਦੇਵ ਪਿਤਾ। ਸਤਿਗੁਰੂ ਜੀ ਸਾਡੇ ਪਿਤਾ ਵੀ ਨੇ, ਸਤਿਗੁਰੂ ਜੀ ਸਾਡੇ ਮਾਤਾ ਵੀ ਨੇ। ਖੰਡੇ ਦੀ ਪੌਲ ਚੁਕਾਈ ਜਾਂਦੀ ਹੈ। ਪੰਜਾਂ ਵੱਲੋਂ ਹੁਕਮ ਹੁੰਦਾ ਹੈ ਕਿ ਅੱਜ ਤੋਂ ਬਾਅਦ ਤੁਹਾਡੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਨ ਔਰ ਮਾਤਾ ਸਾਹਿਬ ਦੇਵਾਂ ਜੀ ਹਨ।
ਅੱਜ ਤੋਂ ਬਾਅਦ ਤੁਸੀਂ ਸ੍ਰੀ ਅਨੰਦਪੁਰ ਸਾਹਿਬ ਦੇ ਵਾਸੀ ਹੋ, ਕਿਉਂਕਿ ਤੁਹਾਡਾ ਜਨਮ ਇੱਥੇ ਹੋਇਆ। ਖਾਲਸੇ ਦਾ ਜਨਮ ਅਨੰਦਪੁਰ ਸਾਹਿਬ ਹੋਇਆ। ਤਾਂ ਉਸ ਵਕਤ ਇਹ ਸਪਸ਼ਟ ਹੋ ਜਾਂਦਾ ਹੈ ਕਿ ਸਾਡੇ ਗੁਰਦੇਵ ਜੋ ਪਾਰ ਬ੍ਰਹਮ ਪਰਮੇਸ਼ਰ ਦਾ ਸਰੂਪ ਨੇ, ਅਸੀਂ ਉਹਨਾਂ ਦੇ ਬਾਲਕ ਹਾਂ, ਬੱਚੇ। ਹਮ ਬਾਰਕ ਤੁਮਰੇ ਧਾਰੇ। ਤੇ ਪਾਰ ਬ੍ਰਹਮ ਗੁਰਦੇਵ ਜੀ, ਸਤਿਗੁਰੂ ਜੀ ਤਰਸ ਕਰਦੇ ਨੇ, ਦਇਆ ਕਰਦੇ ਨੇ, ਆਪਣੇ ਬਾਲਕਾਂ ਦੀ ਰੱਖਿਆ ਆਪ ਖੁਦ ਕਰਦੇ ਹਨ। ਰੱਖਿਆ ਕੇਵਲ ਸਰੀਰਕ ਤੌਰ ਤੇ ਨਹੀਂ, ਇੱਕ ਤਨ ਦੀ ਰੱਖਿਆ ਹੈ, ਦੂਸਰੀ ਮਨ ਦੀ ਰੱਖਿਆ ਹੈ। ਤਨ ਕਰਕੇ ਵੀ ਰੱਖਦੇ ਨੇ ਸਤਿਗੁਰੂ ਜੀ ਆਪਣੇ ਬਾਲਕਾਂ ਨੂੰ, ਔਰ ਆਪਣੇ ਬੱਚਿਆਂ ਨੂੰ ਮਨ ਕਰਕੇ ਵੀ ਰੱਖਦੇ ਨੇ, ਵੀ ਕਿਤੇ ਮੇਰੇ ਬੱਚੇ ਦਾ ਮਨ ਡਾਵਾਂਡੋਲ ਨਾ ਹੋ ਜਾਏ, ਕਿਤੇ ਦਾ ਮਨ ਢਹਿੰਦੀ ਕਲਾ ਵਿੱਚ ਨਾ ਚਲਾ ਜਾਏ, ਕਿਤੇ ਇਸ ਦੇ ਮਨ ਦਾ ਪਤਨ ਨਾ ਹੋ ਜਾਏ। ਉਸ ਵਕਤ ਵੀ ਸਤਿਗੁਰੂ ਜੀ ਆਪਣੇ ਬਾਲਕਾਂ ਦੇ ਮਨ ਕਰਕੇ ਵੀ ਰੱਖਿਆ ਕਰਦੇ, ਤਨ ਕਰਕੇ ਵੀ, ਮਨ ਕਰਕੇ। ਸਾਡੇ ਰਾਖੇ ਨੇ ਸਤਿਗੁਰੂ ਜੀ, ਔਰ ਮਾਂ-ਬਾਪ ਬਣ ਕੇ ਸਾਡੀ ਰੱਖਿਆ ਕਰਦੇ। ਮਾਂ-ਬਾਪ ਕਿਵੇਂ ਆਪਣੇ ਬੱਚਿਆਂ ਦੀ ਪਰਵਰਿਸ਼ ਕਰਦੇ, ਕਿਵੇਂ ਤਿਨਾਂ ਦੀ ਰੱਖਿਆ ਕਰਦੇ, ਹਰ ਵੇਲੇ ਉਹਨਾਂ ਦਾ ਧਿਆਨ, ਬੱਚਾ ਛੋਟਾ ਹੋਵੇ ਉਹਦਾ ਧਿਆਨ ਮਾਂ-ਬਾਪ ਦਾ ਉਹਦੇ ਵਿੱਚ ਰਹਿੰਦਾ। ਮਾਂ ਭਾਵੇਂ ਸਾਰਾ ਦਿਨ ਘਰ ਵਿੱਚ ਕੰਮ ਕਰਦੀ ਹੋਵੇ, ਪਰ ਉਹਦੀ ਸੁਰਤ ਬੱਚੇ 'ਚ ਹੁੰਦੀ, ਕਿਤੇ ਮੇਰਾ ਬੱਚਾ ਕੋਈ ਸੱਟ ਫੇਟ ਨਾ ਖਾ ਲਵੇ, ਕਿਤੇ ਕੋਈ ਇਹੋ ਜਿਹੀ ਚੀਜ਼ ਨਾ ਖਾ ਲਵੇ ਜੋ ਉਹਦੇ ਲਈ ਠੀਕ ਨਾ ਹੋਵੇ। ਇਸੇ ਤਰ੍ਹਾਂ ਪਾਰ ਬ੍ਰਹਮ ਗੁਰਦੇਵ ਜੀ ਸਾਡੀ ਰੱਖਿਆ ਕਰਦੇ ਨੇ, ਹਰ ਵਕਤ ਰੱਖਿਆ ਕਰਦੇ। ਜਦੋਂ ਸਤਿਗੁਰਾਂ ਦਾ ਸ਼ਬਦ, ਗੁਰਮੰਤਰ, ਗੁਰਬਾਣੀ ਅਸੀਂ ਵਿਚਰਦੇ ਹਾਂ, ਪੜ੍ਹਦੇ ਹਾਂ, ਚਾਹੇ ਗੁਰਮੰਤਰ ਦਾ ਅਭਿਆਸ ਕਰਦੇ ਹਾਂ, ਮੂਲ ਮੰਤਰ ਦਾ ਜਾਪ ਕਰਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਸੰਸਾਰ ਵਿੱਚ ਜਿੱਥੇ ਵੀ ਅਸੀਂ ਵਿਚਰ ਰਹੇ ਹਾਂ, ਸਤਿਗੁਰੂ ਜੀ ਸ਼ਬਦ ਰੂਪ ਵਿੱਚ ਸਾਡੀ ਰੱਖਿਆ ਨਾਲ ਨਾਲ ਕਰਦੇ ਨੇ, ਕਿ ਸ਼ਬਦ ਹੀ ਗੁਰੂ ਹੈ। ਸ਼ਬਦ ਗੁਰੂ ਹੈ ਨਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਉਦੋਂ ਸ਼ਬਦ ਰੂਪ ਹੋ ਕੇ ਸਾਡੀ ਰੱਖਿਆ ਕਰਦੇ। ਸ਼ਬਦ ਦੇ ਦੁਆਰਾ ਸਾਡੇ ਮਨ ਨੂੰ ਚੜ੍ਹਦੀ ਕਲਾ ਵਿੱਚ ਕਰਦੇ, ਕਿਤੇ ਮਾਨਸਿਕ ਤੌਰ ਤੇ ਅਸੀਂ ਵਿਭਚਾਰੀ ਨਾ ਹੋ ਜਾਈਏ, ਮਾਨਸਿਕ ਤੌਰ ਤੇ ਪਤਨ ਕਰਕੇ ਡਿੱਗ ਨਾ ਜਾਈਏ। ਤਾਂ ਉਸ ਵੇਲੇ ਸਤਿਗੁਰਾਂ ਦਾ ਸ਼ਬਦ ਸਾਡੇ ਮਨ ਨੂੰ ਢਾਰਸ ਦਿੰਦਾ ਹੈ। ਤੋ ਸ਼ਬਦ ਕਰਕੇ ਰੱਖਿਆ ਹੋਈ, ਤਨ ਕਰਕੇ ਵੀ ਰੱਖਿਆ ਕਰਦੇ ਨੇ ਸਤਿਗੁਰੂ ਜੀ। ਕਿਤੇ ਐਸੀ ਸਮੱਸਿਆ ਵਿੱਚ ਫਸ ਜਾਈਏ, ਕੋਈ ਸਾਥੀ ਨਹੀਂ ਦਿਸਦਾ, ਕੋਈ ਨਜ਼ਰ ਨਹੀਂ ਆਉਂਦਾ, ਤਾਂ ਪਰਮੇਸ਼ਰ ਕਿਸੇ ਨਾ ਕਿਸੇ ਨੂੰ ਉੱਥੇ ਭੇਜ ਦਿੰਦਾ। ਉਹਦੇ ਵਿੱਚ ਜਿਹੜੀ ਪ੍ਰੇਰਨਾ ਹੋਈ ਵੀ ਜਾ ਤੂੰ ਫਲਾਣੇ ਦੀ ਜਾ ਕੇ ਮਦਦ ਕਰ, ਉਹ ਆਪਣੇ ਆਪ ਨਹੀਂ ਆ ਗਿਆ, ਗੁਰੂ ਪਾਤਸ਼ਾਹ ਨੇ ਪ੍ਰੇਰਨਾ ਕਰਕੇ ਭੇਜ ਦਿੱਤਾ। ਆਪਾਂ ਕਹਿੰਦੇ ਆ ਰੱਬ ਬਣ ਕੇ ਆ ਗਿਆ ਫਲਾਣਾ ਬੰਦਾ, ਰੱਬ ਬਣ ਕੇ ਨਹੀਂ ਆਇਆ, ਰੱਬ ਨੇ ਹੀ ਉਸ ਦੇ ਅੰਦਰ ਪ੍ਰੇਰਨਾ ਕਰਕੇ ਉਸ ਨੂੰ ਭੇਜਿਆ। ਇਸ ਕਰਕੇ ਸਾਡੀ ਰੱਖਿਆ ਕਰਨ ਵਾਲੇ ਪਾਰ ਬ੍ਰਹਮ ਗੁਰਦੇਵ ਹਰ ਵਕਤ ਸਾਡੀ ਰੱਖਿਆ ਕਰਦੇ, ਆਪਣੇ ਬਾਲਕਾਂ ਨੂੰ ਰੱਖਦੇ ਹਨ। ਸੁਖ ਸ਼ਾਂਤ ਸਹਿਜ ਆਨੰਦ ਪਈ, ਪੂਰਨ ਪਈ ਸੇਵ। ਸਾਡੇ ਹਿਰਦੇ 'ਚ ਹੁਣ ਸੁਖ ਸਹਿਜ, ਗਿਆਨ ਨੂੰ ਕਹਿੰਦੇ ਨੇ, ਗਿਆਨ ਸਹਿਤ ਘਣਾ ਆਨੰਦ ਹੋ ਗਿਆ, ਔਰ ਸਾਡੀ ਸੇਵਾ ਪੂਰਨ ਹੋ ਗਈ, ਸਾਡੀ ਘਾਲਣਾ ਪੂਰਨ ਹੋ ਗਈ। ਸੇਵਾ ਪੂਰਨ ਹੋਣ ਦਾ ਮਤਲਬ ਜਿਸ ਲਈ ਸੇਵਾ ਕਰ ਰਹੇ ਸੀ ਉਹ ਮਿਲ ਗਿਆ, ਸੇਵਾ ਪੂਰਨ ਹੋ ਗਈ।
ਯਾਨੀ ਕਿ ਆਤਮ ਗਿਆਨ ਵਾਸਤੇ, ਬ੍ਰਹਮ ਗਿਆਨ ਲਈ ਅਸੀਂ ਸਾਰੀ ਸਾਧਨਾ ਕਰਦੇ ਹਾਂ। ਬੀਜ ਕਿਉਂ ਬੀਜਦੇ ਆ? ਵੀ ਫਲ ਮਿਲੇ, ਕਦੇ ਬੀਜਦੇ ਆ ਨਾ। ਜਦੋਂ ਬੀਜ ਫਲ ਬਣ ਗਿਆ ਤਾਂ ਫਿਰ ਅਸੀਂ ਉਸ ਫਲ ਦਾ ਰਸ ਲੈਂਦੇ ਹਾਂ ਤੇ ਆਪਾਂ ਕਹਿੰਦੇ ਆ ਬੀਜ ਸੰਪੂਰਨ ਹੋ ਗਿਆ, ਹੁਣ ਫਲ ਦਾ ਰੂਪ ਧਾਰਨ ਕਰ ਗਿਆ। ਸੇਵਾ ਜਦੋਂ ਫਲ ਬਣਦੀ ਹੈ ਤਾਂ ਉਹ ਫਲ ਆਤਮ ਗਿਆਨ ਦਾ ਹੈ, ਬ੍ਰਹਮ ਗਿਆਨ ਦਾ ਹੈ, ਸੁਖ ਸਹਿਜ ਤੇ ਆਨੰਦ ਦਾ ਹੈ। ਤਾਂ ਉਸ ਵਕਤ ਇਹ ਸਮਝ ਲਿਆ ਜਾਵੇ ਕਿ ਹੁਣ ਸੇਵਾ ਪੂਰਨ ਹੋ ਗਈ। 12 ਸਾਲ ਸੇਵਾ ਕਰਦੇ ਰਹੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ। ਗੁਰੂ ਅੰਗਦ ਸਾਹਿਬ ਜੀ ਨੇ ਘੁੱਟ ਕੇ ਗਲਵੱਕੜੀ ਚ ਲੈ ਕੇ 12 ਵਰ ਦੇ ਕੇ ਨਿਵਾਜਿਆ, ਸੇਵਾ ਪੂਰਨ ਹੋ ਗਈ। 22 ਸਾਲ ਧੰਨ ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਸਾਹਿਬ ਦੀ ਸੇਵਾ ਵਿੱਚ ਰਹੇ। 3 ਪਰਿਕਰਮਾ ਕੀਤੀਆਂ, ਨਮਸਕਾਰ ਕੀਤੀ, ਮੱਥਾ ਟੇਕਿਆ, ਆਪਣੀ ਜੋਤ ਤਿਨਾਂ ਵਿੱਚ ਵਿਦਮਾਨ ਕੀਤੀ, ਉਹਨਾਂ ਦੀ ਸੇਵਾ ਪੂਰਨ ਹੋ ਗਈ। ਗੁਰੂ ਰਾਮਦਾਸ ਪਾਤਸ਼ਾਹ ਦੀ ਗੁਰਸਿੱਖ ਦੀ ਸੇਵਾ ਪੂਰਨ ਹੁੰਦੀ ਹੈ ਉਸ ਦਿਨ ਜਦੋਂ ਉਸ ਨੂੰ ਆਤਮ ਗਿਆਨ, ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਏ। ਭਾਈ ਮੰਝ ਦੀ ਸੇਵਾ ਪੂਰਨ ਹੋਈ ਤੇ ਮਹਾਰਾਜ ਜੀ ਨੇ ਆਖਿਆ, ਮੰਝ ਮੰਗ ਕੀ ਚਾਹੀਦਾ? ਜਦੋਂ ਖੂਹ ਚ ਡਿੱਗਿਆਂ ਨੂੰ ਬਾਹਰ ਕੱਢਿਆ, ਆਖਿਆ, ਭਾਈ ਮੰਝ ਮੰਗ ਕੀ ਚਾਹੀਦਾ? ਤੁਹਾਡੀ ਸੇਵਾ ਪੂਰਨ ਹੋ ਗਈ। ਧੰਨ ਗੁਰੂ ਕਾ ਲਾਲ ਉਸਨੇ ਆਖਿਆ, ਮਹਾਰਾਜ ਸਿੱਖਾਂ ਦੀ ਇੰਨੀ ਕਰੜੀ ਪ੍ਰੀਖਿਆ ਨਾ ਲਿਓ ਜਿੰਨੀ ਮੇਰੀ ਲਈ ਹੈ। ਕਲਯੁਗ ਦਾ ਸਮਾਂ, ਇੰਨੀ ਕਰੜੀ ਪ੍ਰੀਖਿਆ ਚੋਂ ਨਹੀਂ ਨਿਕਲਿਆ ਜਾਣਾ ਸਿੱਖਾਂ ਕੋਲ। ਤੇ ਗੁਰਦੇਵ ਖੁਸ਼ ਹੋ ਕੇ ਕਹਿੰਦੇ, ਤੂੰ ਤਾਂ ਜਹਾਜ਼ ਬਣ ਗਿਆ, ਸਿੱਖੀ ਦਾ ਜਹਾਜ਼। ਮੰਝ ਗੁਰੂ ਕਾ ਬੋਝ ਥਾ, ਜਗ ਲੰਘਣ ਹਾਰਾ। ਮੰਝ ਪਿਆਰਾ ਗੁਰੂ ਨੂੰ, ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਝ ਥਾ, ਜਗ ਲੰਘਣ ਹਾਰਾ। ਸੇਵਾ ਪੂਰਨ ਹੋ ਗਈ। ਇੱਥੇ ਵੀ ਕਹਿੰਦੇ ਸੇਵਾ ਪੂਰਨ ਹੋ ਗਈ ਹੈ ਸਾਡੀ, ਕਿਉਂਕਿ ਸਾਨੂੰ ਸੁਖ ਸਹਿਜ ਦਾ ਮਤਲਬ ਗਿਆਨ, ਆਨੰਦ, ਆਨੰਦ ਦਾ ਮਤਲਬ ਗਿਆਨ ਦੇ ਸਹਿਤ ਆਨੰਦ ਦੀ ਪ੍ਰਾਪਤੀ ਹੋ ਗਈ ਹੈ। ਰਹਾਉ ਭਗਤ ਜਨਾ ਕੀ ਬੇਨਤੀ, ਸੁਣੀ ਪ੍ਰਭ ਆਪ। ਭਗਤਾਂ ਦੀ ਬੇਨਤੀ। ਭਗਤ 3 ਅੱਖਰ ਨੇ, ਭੱਬਾ, ਗੱਗਾ ਤੇ ਤੱਤਾ। ਮਤਲਬ ਭਾਉ, ਗੱਗੇ ਤੋਂ ਗਿਆਨ ਔਰ ਤੱਤੇ ਅੱਖਰ ਤੋਂ ਤਿਆਗ। ਜਿਸ ਅੰਦਰ ਪ੍ਰੇਮ ਹੈ, ਗਿਆਨ ਹੈ ਔਰ ਤਿਆਗ ਹੈ, ਉਹਨੂੰ ਕਹਾਂਗੇ ਭਗਤ। ਇਹ ਅੱਖਰਵਾਚਕ ਅਰਥ ਨੇ। ਹਾਂ, ਜਦੋਂ ਇਸ ਦਾ ਅੱਖਰਾਂ ਦੇ ਵਿੱਚ ਸੰਦਰਭ ਸਹਿਤ ਵਿਚਾਰ ਹੋਵੇਗੀ ਤਾਂ ਉੱਥੇ ਭਗਤ ਦਾ ਅਰਥ ਪਰਮਾਤਮਾ ਦੀ ਭਗਤੀ ਕਰਨ ਵਾਲਾ, ਸ਼ਕਤੀ ਸਹਿਤ ਅਕਾਲ ਪੁਰਖ ਦੀ ਆਰਾਧਨਾ ਕਰਨ ਵਾਲਾ। ਇਹੋ ਜਿਹੇ ਜਿਹੜੇ ਭਗਤ ਜਨ ਹਨ, ਸੰਧੀ ਵਿਛੇਦ ਕਰਕੇ ਭਗ ਨਾਮ ਮਾਇਆ ਦਾ ਹੈ, ਤਾ ਨਾਮ ਤਿਆਗ ਦਾ ਹੈ। ਜੋ ਮਾਇਆ ਦਾ ਤਿਆਗੀ ਹੋ ਜਾਏ ਉਹ ਭਗਤ ਹੈ। ਮਾਇਆ ਯਾਨੀ ਕਿ ਰੁਪਈਏ ਪੈਸੇ ਹੀ ਨਹੀਂ, ਜੜ ਔਰ ਚੇਤਨ ਦੋਨਾਂ ਦਾ ਤਿਆਗ ਕਰ ਦੇਵੇ, ਉਹ ਭਗਤ ਹੈ। ਐਸੇ ਭਗਤ ਜਨਾਂ ਦੀ ਬੇਨਤੀ ਪ੍ਰਭੂ ਜੀ ਆਪ ਸੁਣਦੇ ਹਨ। ਆਪ ਖੁਦ, ਕਿਸੇ ਦੂਜੇ ਨੂੰ ਨਹੀਂ ਭੇਜਦੇ ਵੀ ਜਾਓ ਜੀ ਤੁਸੀਂ ਜਾ ਕੇ ਸੁਣੋ। ਕਿਸੇ ਦੂਜੇ ਨੂੰ ਨਹੀਂ ਭੇਜਦੇ, ਆਪ ਖੁਦ ਸੁਣਦੇ, ਕਿਉਂਕਿ ਉਸ ਦਾ ਸੰਬੰਧ ਸਿੱਧਾ ਭਗਤਾਂ ਨਾਲ ਹੈ ਔਰ ਭਗਤਾਂ ਦਾ ਸੰਬੰਧ ਸਿੱਧਾ ਅਕਾਲ ਪੁਰਖ ਨਾਲ ਹੈ, ਵਿੱਚ ਕੋਈ ਵਿਚੋਲਾ ਨਹੀਂ।
ਖੁਦ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਜੀ ਆਪ ਆਪਣੇ ਭਗਤਾਂ ਦੀ ਬੇਨਤੀ ਸੁਣਦੇ ਹਨ। ਰੋਗ ਮਟਾਏ ਜੀਵਾਲਿਆਣਾ ਜਾ ਕਾ ਵੱਡ ਪ੍ਰਤਾਪ। ਵਾਹਿਗੁਰੂ ਜੀ ਨੇ ਕਿਰਪਾ ਕੀਤੀ ਹੈ, ਸ੍ਰੀ ਹਰਗੋਬਿੰਦ ਸਾਹਿਬ ਜੀ ਦਾ ਰੋਗ ਮਿਟਾ ਦਿੱਤਾ, ਉਹਨਾਂ ਨੂੰ ਜੀਵਨ ਦਾਨ ਦੇ ਦਿੱਤਾ ਹੈ, ਸਾਡੀ ਬੇਨਤੀ ਸੁਣੀ। ਐਸੇ ਪ੍ਰਭੂ ਜਿਨ੍ਹਾਂ ਦਾ ਵੱਡਾ ਪ੍ਰਤਾਪ, ਐਸੇ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਦਾ ਵੱਡਾ ਪ੍ਰਤਾਪ ਉਜਾਗਰ ਹੋਣਾ ਸੰਸਾਰ 'ਚ। ਤਾਂ ਜਾਂ ਇਸ ਤਰ੍ਹਾਂ ਕਹਿ ਲਈਏ, ਸਾਡੇ ਰੋਗਾਂ ਨੂੰ, ਜਿਹੜੇ ਕਈ ਤਰ੍ਹਾਂ ਦੇ ਰੋਗ ਜੀਵਾਂ ਨੂੰ ਲੱਗੇ ਹੋਏ ਨੇ, ਈਰਖਾ ਦਾ, ਦਵੈਸ਼ ਦਾ, ਨਿੰਦਾ ਦਾ, ਚੁਗਲੀ ਦਾ, ਰਾਗ ਦਵੈਸ਼ ਦਾ, ਇਹਨਾਂ ਸਾਰੇ ਰੋਗਾਂ ਨੂੰ ਮਿਟਾ ਕੇ ਸਾਡੇ ਸਾਹਿਬ ਨੇ, ਜਿਸ ਦਾ ਵੱਡਾ ਪ੍ਰਤਾਪ ਹੈ, ਤਿਸ ਨੇ ਸਾਨੂੰ ਅਸਲ ਵਿੱਚ ਉਹ ਜੀਵਨ ਪ੍ਰਦਾਨ ਕੀਤਾ ਜਿਹੜਾ ਜੀਵਨ ਗੁਰਸਿੱਖਾਂ ਦਾ, ਭਗਤਾਂ ਦਾ, ਰੱਬ ਦੇ ਪਿਆਰਿਆਂ ਦਾ ਹੁੰਦਾ ਹੈ। ਐਸਾ ਜੀਵਨ ਸਾਨੂੰ ਦਿੱਤਾ ਹੈ। ਇਹ ਤਾਂ ਪਸ਼ੂਆਂ ਵਰਗੀ ਜ਼ਿੰਦਗੀ ਜੀ ਰਹੇ ਸੀ, ਜਾਨਵਰਾਂ ਵਰਗਾ ਜੀਵਨ ਜੀ ਰਹੇ ਸੀ, ਪਰ ਸਾਡੇ ਰੱਬ ਜੀ ਨੇ ਸਾਡੇ ਤੇ ਤਰਸ ਕਰਕੇ ਸਾਨੂੰ ਅਸਲ ਜੀਵਨ ਦੀ ਪਰਿਭਾਸ਼ਾ ਦਿੱਤੀ ਹੈ, ਦੱਸੀ ਹੈ। ਦੁਖ ਹਮਾਰੇ ਬਖਸ਼ਿਆਣ ਆਪਣੀ ਕਲ ਧਾਰੀ। ਸਾਹਿਬ ਨੇ ਸਾਡੇ ਤੇ ਆਪਣੀ ਦਇਆ ਕੀਤੀ। ਸਾਡੇ ਜਿੰਨੇ ਦੋਸ਼ ਸਨ, ਸਾਡੇ ਅੰਦਰ ਜਿਤਨੀਆਂ ਖਾਮੀਆਂ ਸਨ, ਉਹਨਾਂ ਸਾਰੇ ਦੋਸ਼ਾਂ ਨੂੰ ਮਹਾਰਾਜ ਜੀ ਨੇ ਬਖਸ਼ ਦਿੱਤਾ। ਸਾਹਿਬ ਨੇ ਸਾਡੇ ਤੇ ਆਪਣੀ ਇਹ ਕਲਾ ਧਾਰੀ ਹੈ, ਆਪਣੀ ਇਹ ਕਿਰਪਾ ਦ੍ਰਿਸ਼ਟੀ ਕੀਤੀ ਹੈ ਕਿ ਸਾਡੇ ਸਾਰੇ ਦੋਸ਼ ਸਤਿਗੁਰੂ ਜੀ ਨੇ ਬਖਸ਼ ਦਿੱਤੇ ਹਨ। ਮਨ ਬਾਂਛਤ ਫਲ ਦਿੱਤੇ ਆਣ ਨਾਨਕ ਬਲਿਹਾਰੀ। ਸਾਨੂੰ ਮਨ ਬਾਂਛਤ ਫਲਾਂ ਦੀ ਦਾਤ ਸਾਹਿਬ ਨੇ ਦੇ ਦਿੱਤੀ। ਮਨ ਬਾਂਛਤ, ਜੋ ਅਸੀਂ ਚਾਹੁੰਦੇ ਸੀ ਉਹ ਸਾਨੂੰ ਮਿਲ ਗਿਆ, ਜੋ ਕਾਂਖਾ ਸੀ ਉਹ ਹਾਸਲ ਹੋ ਗਿਆ, ਪ੍ਰਾਪਤ ਹੋ ਗਿਆ। ਤੇ ਜਿਸ ਦਾਤੇ ਨੇ ਸਾਡੀਆਂ ਕਾਂਖਾਵਾਂ ਪੂਰਨ ਕੀਤੀਆਂ ਨੇ, ਐਸੇ ਦਾਤੇ ਸਤਿਗੁਰਾਂ ਤੋਂ ਪਾਤਸ਼ਾਹ ਕਹਿੰਦੇ ਮੈਂ ਬਲਿਹਾਰ ਜਾਂਦਾ, ਐਸੇ ਗੁਰੂ ਤੋਂ ਮੈਂ ਵਾਰੇ ਵਾਰੇ ਜਾਂਦਾ ਹਾਂ, ਬਲਿਹਾਰ ਜਾਂਦਾ।